ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਹਮੇਸ਼ਾ ਸਰਗਰਮੀਆਂ ਵੱਧ ਜਾਂਦੀਆਂ ਨੇ, ਪਰ ਪੰਜਾਬ ਦੀ ਸਿਆਸਤ ਦੇ ਨਾਲ ਦੋ ਐਸੇ ਪੱਖ ਜੁੜੇ ਹੋਏ ਨੇ। ਬਰਗਾੜੀ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਜਿਹੜੇ ਹਿਰਦੇ ਨੇ ਬਲੂੰਦਰੇ ਜਾਂਦੇ ਨੇ, ਜਾਂ ਫਿਰ ਇਸ ਤੋਂ ਇਲਾਵਾ ਜਿਹੜਾ ਕੋਟਕਪੂਰਾ ਤਾਂ ਬਾਈਬਲ ਕਲਾਂ ਗੋਲੀकांड ਦੀ ਗੱਲ ਆਉਂਦੀ ਹੈ ਤਾਂ ਵੀ ਪੰਜਾਬੀਆਂ ਦੇ ਬਹੁਤ ਜ਼ਿਆਦਾ ਸੈਂਟੀਮੈਂਟਸ ਜੁੜੇ ਹੋਏ ਨੇ। ਉਸ ਵੇਲੇ ਅਕਾਲੀ ਸਰਕਾਰ ਸੀ ਤਾਂ ਸਿੱਧੇ ਤੌਰ ਤੇ ਅਕਾਲੀ ਸਰਕਾਰ ਦੇ ਉੱਤੇ ਸਵਾਲ ਲੋਕ ਬਹੁਤ ਚੁੱਕਦੇ ਨੇ। ਜਿਵੇਂ ਹੁਣ ਹਾਲ ਹੀ ਦੇ ਵਿੱਚ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਜਿਹੜੀ SIT ਦੀ ਜਿਹੜੀ ਰਿਪੋਰਟ ਸੀ ਖਾਰਿਜ ਕੀਤਾ ਗਿਆ ਕੋਰਟ ਦੇ ਵੱਲੋਂ, ਤਾਂ ਉਸ ਤੋਂ ਬਾਅਦ ਉਹਨਾਂ ਅਸਤੀਫਾ ਦੇ ਦਿੱਤਾ ਗਿਆ। ਨਵੇਂ ਜਿਹੜੇ ਸਮੀਕਰਨ ਦੇਖਣ ਨੂੰ ਮਿਲੇ ਤੇ ਇਹਦੇ ਉੱਤੇ ਬਿਲਕੁਲ ਬੇਬਾਕੀ ਦੇ ਨਾਲ ਗੱਲਬਾਤ ਹੋਵੇਗੀ। ਮੈਂ ਇੰਟਰਵਿਊ ਦੇ ਵਿੱਚ ਪਹਿਲਾਂ ਹੀ ਦੱਸਦਾ, ਸਾਡੇ ਨਾਲ ਮੌਜੂਦ ਰਹਿਣਗੇ ਚਰਨਜੀਤ ਸਿੰਘ ਬਰਾੜ ਨੇ, ਪੋਲੀਟੀਕਲ ਸੈਕਟਰੀ ਨੇ ਸੁਖਬੀਰ ਸਿੰਘ ਬਾਦਲ ਦੇ, ਤੇ ਨਾਲ ਹੀ ਜਿਹੜੇ ਬੁਲਾਰੇ ਹੈਗੇ ਨੇ ਅਕਾਲੀ ਦਲ ਦੇ। ਬਹੁਤ ਬੇਬਾਕੀ ਦੇ ਨਾਲ ਗੱਲਬਾਤ ਕਰਾਂਗੇ ਤੇ ਹਰ ਉਹ ਸਵਾਲ ਉਹਨਾਂ ਨੂੰ ਪੁੱਛਾਂਗੇ ਜਿਹੜਾ ਤੁਹਾਡੇ ਵੀ ਜ਼ਿਹਨ ਦੇ ਵਿੱਚ ਹੋਏਗਾ ਕਿ ਜਦੋਂ ਇਹ ਸਭ ਕੁਝ ਹੋਇਆ ਤਾਂ ਅਕਾਲੀ ਸਰਕਾਰ ਕਰ ਕੀ ਰਹੀ ਸੀ, ਕੀ ਰੋਲ ਕੀ ਰਿਹਾ ਹੈਗਾ। ਬਰਾੜ ਸਾਹਿਬ ਸਵਾਗਤ ਹੈ। ਧੰਨਵਾਦ ਜੀ। ਬਰਾੜ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਪਹਿਲਾਂ, ਬਿਲਕੁਲ ਬੇਬਾਕੀ ਦੇ ਨਾਲ ਰਾਏ ਰੱਖਣੀ ਹੈ ਕਿਉਂਕਿ ਲੋਕ ਅਕਾਲੀ ਦਲ ਦੇ ਪ੍ਰਤੀ ਲੋਕਾਂ ਦਾ ਇਸ ਮੁੱਦੇ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਭਾਂਤੀਆਂ ਨੇ, ਬਹੁਤ ਲੋਕਾਂ ਦੇ ਵਿਚਾਰ ਨੇ ਕਿ ਖਣੀ ਇਹ ਸਭ ਕੁਝ ਕਿਹਦੇ ਕਹਿਣ ਤੇ ਹੋ ਗਿਆ, ਇਹ ਕਿਉਂ ਹੋ ਗਿਆ। ਜੋ ਚੀਜ਼ਾਂ ਲੋਕਾਂ ਨੂੰ ਕੇਟਰ ਕੀਤੀਆਂ ਗਈਆਂ ਉਹ ਚੀਜ਼ਾਂ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਪਾਈ ਗਈ ਕਿ ਪਤਾ ਨਹੀਂ ਸਰਕਾਰਾਂ ਨੇ ਕਰਾਤਾ। ਥੋੜ੍ਹਾ ਜਿਹਾ ਜਾਣਨਾ ਚਾਹਾਂਗੇ, ਬਰਗਾੜੀ ਦਾ ਜਿਹੜਾ ਮੁੱਦਾ ਵਾ ਪੰਜਾਬ ਦੀ ਸਿਆਸਤ ਦੇ ਉੱਤੇ ਬਿਲਕੁਲ ਭਾਰੂ ਹੈ ਤੇ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਹੋ ਜਾਂਦਾ। ਜਦੋਂ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਹੈ ਤੇ ਉਸ ਦਿਨ ਦੀ FIR ਜਿਹੜੀ ਹੈ ਹੋ ਜਾਂਦੀ ਹੈ, ਔਰ ਨੇੜੇ ਦੇ 8 10 15 ਪਿੰਡ ਜਿਹੜੇ ਕਹਿੰਦੇ ਨਾ ਕੁਝ ਨਹੀਂ ਕੀਤਾ, 8 10 15 ਪਿੰਡਾਂ ਦੇ ਛੱਪੜਾਂ ਤੱਕ ਖਾਲੀ ਕਰਾ ਕੇ ਔਰ ਹਜ਼ਾਰਾਂ ਬੰਦੇ ਦੇ ਫਿੰਗਰਪ੍ਰਿੰਟ ਤੱਕ ਲੈ ਕੇ ਬੜਾ ਕੁਝ ਲੈ ਕੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਲੱਭਣ ਦੀ, ਪਰ ਨਹੀਂ ਬਣੀ। ਉਸ ਤੋਂ ਬਾਅਦ ਆ ਜਾਂਦਾ ਹੈ ਕਿ ਉਹ ਪੋਸਟਰ ਲੱਗ ਜਾਂਦੇ ਆ, ਤੇ ਪੋਸਟਰ ਲੱਗ ਜਾਂਦੇ ਆ ਉਹਦੀ ਵੀ FIR ਵੱਖਰੀ ਹੋ ਜਾਂਦੀ ਹੈ, ਬਾਜਾਖਾਨਾ। ਤੀਜਾ ਕੇਸ ਜਿਸ ਦਿਨ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ, ਇਹ 3 ਕੇਸ ਬਰਗਾੜੀ ਨਾਲ ਸੰਬੰਧਿਤ ਨੇ। ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ ਉਹਦੀ FIR ਵੱਖਰੀ ਹੋ ਜਾਂਦੀ ਹੈ। 3 ਵੱਖਰੋ ਵੱਖਰੀਆਂ FIR ਨੇ। ਜਦੋਂ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਆ ਤੇ ਉਸ ਤੋਂ ਬਾਅਦ ਧਰਨੇ ਲੱਗਣੇ ਸ਼ੁਰੂ ਹੁੰਦੇ ਆ, ਧਰਨੇ ਲੱਗਣੇ ਸ਼ੁਰੂ ਹੁੰਦੇ ਆ ਤੇ ਸਾਰੀਆਂ ਸਿਆਸੀ ਪਾਰਟੀਆਂ ਵੀ ਜਿਹੜੀਆਂ ਹੈਗੀਆਂ ਉਹ ਖੜੀਆਂ ਹੋ ਜਾਂਦੀਆਂ। ਬੜੇ ਤਰੱਦਦ ਕੀਤੇ ਪਰ ਗੱਲ ਬਣੀ ਨਹੀਂ ਜਿੰਨਾ ਚਿਰ ਅਸੀਂ ਸੀਗੇ। ਤਾਂ ਉਹਦੇ ਜਿਹੜਾ ਜਦੋਂ ਪੰਜਾਬ ਬੰਦ ਹੋ ਗਿਆ, ਉਹਨਾਂ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ, ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰੂੰਗਾ। ਜਿਹੜੇ ਕਹਿ ਦਿੰਦੇ ਆ ਅੱਜ ਕੈਪਟਨ ਅਮਰਿੰਦਰ ਸਿੰਘ ਬੋਲਣ, ਸੁਨੀਲ ਜਾਖੜ ਬੋਲਣ, ਇਹਨਾਂ ਦੇ ਵਾਹਿਯਾਤ ਜੇ ਬਾਕੀ ਬੋਲਣ ਵਾਲੇ MLA MP ਬੋਲਣ, ਮੈਂ ਮਾਫ ਕਰਨਾ ਮੈਨੂੰ ਕੌੜੇ ਸ਼ਬਦ ਵਰਤਣੇ ਪੈ ਰਹੇ, ਮੈਨੂੰ ਬੋਲਣੇ ਨਹੀਂ ਚਾਹੀਦੇ, ਪਰ ਬੋਲਦੇ ਵਾਹਿਯਾਤ ਮੈਂ ਤਾਂ ਹੀ ਕਹਿ ਰਿਹਾ। ਤਾਂ ਇਹ ਅੱਜ ਗੱਲਾਂ ਹੋਰ ਕਰਦੇ ਨੇ ਕਿ ਇਹਨਾਂ ਨੇ ਡਿਲੇ ਕਰਤੀ। ਮੈਂ ਅੱਜ ਤੁਹਾਡੇ ਤੱਥਾਂ ਸਾਹਮਣੇ ਰੱਖਣਾ ਚਾਹੂੰਗਾ। ਆ 21/10 ਦੀ ਮੇਰੇ ਕੋਲੇ ਨਿਊਜ਼ ਹੈ ਜਿਹਦੇ 'ਚ ਜਾਖੜ ਸਾਹਿਬ ਗਵਰਨਰ ਸਾਹਿਬ ਨੂੰ ਮਿਲ ਕੇ ਨਿਕਲ ਰਹੇ ਸਾਰੇ MLA ਨੂੰ ਲੈ ਕੇ ਕਿ ਜਾਂਚ CBI ਨੂੰ ਦਿਓ ਜਾਂ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਓ। ਇਹਦੇ ਵਿੱਚ ਹੀ ਥੱਲੇ ਛੋਟੇਪੁਰ ਸਾਹਿਬ ਹੈ, ਇਹ ਆਮ ਆਦਮੀ ਪਾਰਟੀ ਦੇ ਵਫਦ ਨੂੰ ਲੈ ਕੇ ਮਿਲਦੇ ਆ ਕਿ ਜਾਂਚ CBI ਨੂੰ ਦਿਓ ਜਾਂ ਜਿਹੜੀ ਹੈਗੀ ਹੈ ਇਹ ਤੋਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਓ। ਅਗਲੇ ਦਿਨ 22 ਤਰੀਕ ਨੂੰ ਬਾਜਵਾ ਸਾਹਿਬ ਪ੍ਰਤਾਪ ਸਿੰਘ ਬਾਜਵਾ, ਇਹ ਉਦੋਂ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਸਪੈਸ਼ਲ ਕਿਹਾ ਕਿ ਜਾਂਚ ਸੁਪਰੀਮ ਕੋਰਟ ਦੇ ਜੱਜ ਕੋਲੋਂ ਕਰਵਾਓ ਜਾਂ CBI ਤੋਂ ਕਰਾਓ। ਦੋਨੋਂ ਚੀਜ਼ਾਂ ਦੀ ਮੰਗ ਕਰਦੇ ਰਹਿੰਦੇ ਸੀਗੇ। ਇਸੇ ਦਿਨ 22 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਲੀਡਰਾਂ 'ਚ ਆਪਸੀ ਵੀ ਤਣਾਅ ਸੀਗਾ। ਉਹਨਾਂ ਨੇ ਵੱਖਰੀ ਕੀਤੀ ਕਿ CBI ਨੂੰ ਦਿਓ ਤੇ ਜਾਂ ਸੁਪਰੀਮ ਕੋਰਟ ਤੋਂ ਕਰਾਓ। ਇੱਦੋਂ ਚੱਲਦੇ ਅਗਲੇ 24 ਤਰੀਕ ਨੂੰ ਜਿਹੜੇ ਮੁੰਡੇ ਫੜੇ ਗਏ ਸੀ ਇੱਥੇ, ਰੁਪਿੰਦਰ ਤੇ ਉਹ 2 ਜਣੇ, ਉਹਨਾਂ ਦੇ ਪੇਰੈਂਟਸ ਵੀ ਜਾ ਕੇ ਗਵਰਨਰ ਨੂੰ ਮਿਲੇ ਕਿ ਜਾਂਚ ਜਿਹੜੀ ਹੈ CBI ਨੂੰ ਕਰਾਓ। ਆ ਮੇਰੇ ਕੋਲ ਉਸ ਦਿਨ ਦੀ ਵੀ ਖਬਰ ਹੈ। ਇੱਥੇ ਨਹੀਂ ਗੱਲ 'ਚ ਰੁਕੀ। ਉਦੋਂ ਬਾਅਦ ਜਿਹੜੀ 24 ਤਰੀਕ ਨੂੰ ਫਿਰ ਪ੍ਰੈਸ ਕਾਨਫਰੰਸ ਹੁੰਦੀ ਹੈ। 27 ਤਰੀਕ ਨੂੰ ਬਾਜਵਾ ਸਾਹਿਬ ਨੇ ਲਾਤਾ ਕਿ ਤਾਂ ਪੁਲਿਸ ਨੇ ਹੀ ਕਰਾਇਆ। 27 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਬਾਜਵਾ ਸਾਹਿਬ ਕਹਿੰਦੇ ਪੁਲਿਸ ਨੇ ਕਰਾਇਆ। ਇੱਥੇ ਵੀ ਗੱਲ ਚਲੀ ਗਈ ਅੱਗੇ। ਉਸ ਦਿਨਾਂ ਦੇ ਵਿੱਚ ਇਹ ਮੈਂ ਪੋਲੀਟੀਕਲ ਪਾਰਟੀਆਂ ਦਾ ਦੱਸਤਾ, ਜਿੰਨੇ ਪੰਥਕ ਆਗੂ ਕਹਿ ਲਈਏ, ਭਾਵੇਂ ਉਹ ਸਹੀ ਪੰਥਕ ਆਗੂ ਸੀ ਤੇ ਭਾਵੇਂ ਅਖੌਤੀ ਪੰਥਕ ਆਗੂ ਸੀ, ਸਭ ਨੇ ਇਹ ਮੰਗ ਕਰਤੀ ਕਿ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵਿੱਚ ਕੋਈ ਭਰੋਸਾ ਨਹੀਂ, ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ। ਤੇ 1 ਤਰੀਕ ਨੂੰ ਜਿਹੜੀ ਜਾਂਚ ਹੈ 3 FIR ਦੀ ਜਿਹੜੀ ਹੈਗੀ ਹੈ, ਇਹ ਤਿੰਨੇ FIR ਜਿਹੜੀਆਂ CBI ਨੂੰ ਜਾਂਚ ਜਿਹੜੀ ਹੈ ਮਾਰਕ ਕਰਤੀ। ਇਹ ਹੁਣ ਇੱਥੋਂ ਤੱਕ ਇਹਨਾਂ ਦੀ ਮੰਨੀ ਗਈ ਸਾਰੀ, ਪਰ ਅੱਗੇ ਦੇਖੋ ਤੁਸੀਂ, ਮੈਂ ਸਬੂਤ ਦਿੰਦਾ ਤੁਹਾਨੂੰ ਵੀ ਜਿਹੜੇ ਕਹਿੰਦੇ ਜਾਂਚ ਡਿਲੇ ਇਹਨਾਂ ਨੇ ਕਰਤੀ ਜੀ, ਇਹਨਾਂ ਨੇ CBI ਨੂੰ ਭੇਜਤਾ ਜੀ, ਇੱਥੇ ਕਰਨੀ ਚਾਹੀਦੀ ਸੀ। ਪਹਿਲਾਂ ਕੀ ਬੋਲਦੇ ਸੀ ਜਦੋਂ ਸਰਕਾਰ 'ਚ ਨਹੀਂ ਸੀਗੇ, ਤੇ ਜਦੋਂ ਸਰਕਾਰ 'ਚ ਆ ਗਏ ਉਦੋਂ ਹਾਥੀ ਦੇ ਦੰਦਾਂ ਨੂੰ ਦੰਦ ਕਿਵੇਂ ਬਦਲੇ ਆ ਮਿੰਟਾਂ 'ਚ ਹੀ।
3 ਤਰੀਕ ਨੂੰ ਕੈਪਟਨ ਅਮਰਿੰਦਰ ਸਿੰਘ ਫਿਰ ਇੱਕ ਦੂਜਾ ਉਹ ਬਿਆਨ ਦਿੰਦੇ ਆ, ਕੈਪਟਨ ਸਲੇਮਜ਼ ਲਿਮਟਿਡ ਸਕੂਪ ਆਫ CBI ਪ੍ਰੋਬ। ਉਹ ਕਹਿੰਦਾ ਵੀ ਜਿਹੜਾ ਬਹਿਬਲ ਕਲਾਂ ਤੇ ਆਹ ਕਾਂਡ ਜਿਹੜਾ ਗੋਲੀ ਵਾਲਾ ਸੀ, ਇਹ ਕਿਉਂ ਨਹੀਂ ਦਿੱਤਾ, ਕੱਲਾ ਬੇਅਦਬੀ ਕਿਉਂ ਦਿੱਤਾ? ਮਤਲਬ ਇਹਦਾ ਮਤਲਬ ਇਹ ਤਾਂ ਬਾਕੀ ਨੂੰ ਵੀ ਭਜਵਾਉਣਾ ਚਾਹੁੰਦੇ ਸੀ। ਕਹਿੰਦੇ ਇਹ ਹੈ ਕਿ ਅਸੀਂ ਡਿਲੇ ਕਰਤਾ। ਉਸ ਤੋਂ ਬਾਅਦ ਅੱਗੇ ਹੈਗਾ ਇਹ ਚੀਜ਼ਾਂ ਫਿਰ ਲਿੰਗਰ ਆਨ ਹੁੰਦੀਆਂ ਕਿ ਸਾਰੇ ਮੈਂ ਨਾ ਲਿੰਗਰ ਆਨ ਤਾਂ ਮੈਂ ਬਾਅਦ ਚ ਦੱਸਦਾ, ਪਰ ਮੈਂ ਇਹਨਾਂ ਦਾ ਦੋਹਰਾ ਚਿਹਰਾ ਦਿਖਾਉਣਾ ਹੈ ਕਿ ਜਦੋਂ ਵਿਰੋਧ ਚ ਸੀ, ਵਿਰੋਧੀ ਧਿਰ ਚ ਸੀ, ਉਦੋਂ ਕੀ ਗੱਲਾਂ ਕਰਦੇ ਸੀ, ਜਦੋਂ ਸਰਕਾਰ ਚ ਹੁਣ ਕੀ ਗੱਲਾਂ ਕਰਦੇ ਆ। ਕੋਟਕਪੂਰਾ ਗੋਲੀकांड ਦੀ ਜਾਂਚ CBI ਹਵਾਲੇ ਨਾ ਕਰਨ ਤੇ ਸਿੱਖ ਜਥੇਬੰਦੀਆਂ ਔਖੀਆਂ। ਅੱਜ ਤਾਂ ਕਹਿ ਰਹੇ ਨੇ ਵੀ ਇਹ ਦਿੱਲੀ ਚ ਇਹਨਾਂ ਦੇ ਭਾਈਵਾਲ ਸੀ ਜੀ, ਤਾਂ ਨਹੀਂ ਜਾਂਚ ਹੋਣ ਦਿੱਤੀ। ਤੇ ਮਤਲਬ ਕੁੱਲ ਬੰਦਾ ਇਹ ਕਹਿੰਦਾ ਸੀ ਕਿ CBI ਤੋਂ ਜਿਹੜਾ ਹੈਗਾ ਇਹ ਕਰਾਇਆ ਜਾਵੇ। ਉਦੋਂ ਅੱਗੇ ਚੱਲ ਜਾਓ, 6/11 ਨੂੰ ਖਬਰ ਲੱਗੀ ਹੈ 5 ਤਰੀਕ ਨੂੰ ਰਾਹੁਲ ਗਾਂਧੀ ਸਾਹਿਬ ਆਉਂਦੇ ਆ, ਜਿਨ੍ਹਾਂ ਦੇ 2 ਮੁੰਡੇ ਸ਼ਹੀਦ ਹੋ ਗਏ ਸੀ। ਹਾਲਾਂਕਿ ਉਹ ਸਾਡੀ ਪਾਰਟੀ ਨਾਲ ਹੀ ਸੰਬੰਧਿਤ ਸੀਗੇ, ਹਾਲਾਤ ਜੋ ਬਣੇ ਆ ਚਲੋ ਉਹ ਵੱਖਰੀ ਗੱਲ ਹੈ। ਤਾਂ ਉੱਥੇ ਆ ਕੇ ਵੀ ਇਹਨਾਂ ਨੇ ਸੁਪਰੀਮ ਕੋਰਟ ਤੇ CBI ਦਾ ਜਿਹੜਾ ਸੀਗਾ ਉਹੀ ਕਿਹਾ ਵੀ ਕੀਤਾ ਜਾਵੇ। ਗੱਲ ਇੱਥੇ ਨਹੀਂ ਰੁਕੀ ਗਗਨ ਜੀ, ਮੈਂ ਫਿਰ ਥੋੜਾ ਜਿਹਾ ਅੱਗੇ ਲਿਜਾਊਂਗਾ, 1 ਮਿੰਟ ਸਬਰ ਕਰਿਓ ਕਿਰਪਾ ਕਰਕੇ। ਉਦੋਂ ਬਾਅਦ ਸ਼ਕੀਲ ਅਹਿਮਦ ਇਹਨਾਂ ਦਾ ਇੰਚਾਰਜ ਸੀਗਾ ਸ਼ਾਇਦ ਪੰਜਾਬ ਦਾ, ਇਹਨੇ ਕਿਹਾ ਕਿ ਅਸੀਂ ਕੱਲ ਸਾਰੇ ਰਾਸ਼ਟਰਪਤੀ ਨੂੰ ਮਿਲ ਰਹੇ ਹਾਂ। ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ, ਸੁਪਰੀਮ ਕੋਰਟ ਦੀ ਮੌਜੂਦਾ ਤਹਿ ਤੱਕ ਜਾਂਚ ਕਰੇ, ਇਹਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਇੱਕ ਦਿਨ। ਉਦੋਂ ਬਾਅਦ ਅਗਲੇ ਦਿਨ ਸਾਰੇ ਦੀ ਸਾਰੀ ਇਹ ਟੀਮ ਫੌਜ ਲੈ ਕੇ ਰਾਹੁਲ ਗਾਂਧੀ ਸਾਹਿਬ ਦੇ ਨਾਲ, ਉਸ ਵੇਲੇ ਦੇ ਜਿਹੜੇ ਪ੍ਰਣਬ ਮੁਖਰਜੀ ਸਾਹਿਬ ਰਾਸ਼ਟਰਪਤੀ ਸੀ, ਕੈਪਟਨ ਅਮਰਿੰਦਰ ਸਿੰਘ ਜਾਖੜ, ਸਾਰੇ MLA ਲਿਜਾ ਕੇ ਮਿਲੇ ਹੈ ਕਿ ਇਹਨੂੰ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਓ। ਹੁਣ ਇੱਥੇ ਗੱਲ ਮੁੱਕ ਗਈ ਨਾ ਜੀ। ਇਹ ਜਾਂਚ CBI ਨੂੰ ਅਸੀਂ ਤਾਂ ਨਹੀਂ ਨਾ ਦਿੱਤੀ। ਜੇ ਪੰਜਾਬ ਪੁਲਿਸ ਕੋਲੇ ਹੁੰਦੀ, ਹੋ ਸਕਦਾ ਉਦੋਂ ਮੌਕੇ ਤੇ ਕੋਈ ਨਾ ਕੋਈ ਫੜਿਆ ਵੀ ਜਾ ਸਕਦਾ ਸੀਗਾ। ਤੇ ਇਹ ਡਿਲੇ ਕਰਨ ਦੇ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਕਾਂਗਰਸ ਪਾਰਟੀ ਵਾਲੇ ਨੇ, ਆਪ ਵਾਲੇ ਨੇ, ਜਾਂ ਅਖੌਤੀ ਪੰਥਕ ਆਗੂ ਜਿਹੜੇ ਆ, ਅਖੌਤੀ ਪੰਥਕ ਆਗੂ, ਪੰਥਕਾਂ ਦਾ ਨਹੀਂ ਨਾਮ ਲੈਂਦਾ, ਅਖੌਤੀ ਇਹ ਖੁਦ ਨੇ। ਤੇ ਹੁਣ ਗੱਲਾਂ ਅੱਜ ਕਰਦੇ ਆ ਵੀ ਤੁਸੀਂ ਭਾਈ CBI ਨੂੰ ਦੇਤੀ ਸੀ, ਆਪਣੇ ਆਪ ਨੂੰ ਬਚਾਉਣ ਲਈ ਦੇਤੀ ਸੀ, ਤੇ ਦਵਾਈ ਤਾਂ ਇਹਨਾਂ ਨਹੀਂ ਸੀ ਨਾ। ਸਭ ਤੋਂ ਪਹਿਲਾਂ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਪਈ ਹੈ, ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਕਿਤੇ ਨਾਂ ਨਹੀਂ। ਦੂਜੀ ਜਾਂਚ ਜਸਟਿਸ ਰਣਜੀਤ ਸਿੰਘ ਦੀ ਹੋ ਗਈ, ਹਾਲਾਂਕਿ ਸੁਖਪਾਲ ਖਹਿਰੇ ਦਾ ਰਿਸ਼ਤੇਦਾਰ ਸ਼ੁਰੂ ਤੋਂ ਕਾਂਗਰਸ ਪੱਖੀ ਜਸਟਿਸ ਮੰਨਿਆ ਜਾਂਦਾ ਸੀ, ਖੁਦ ਕਿਹਾ ਕਿ ਇਹ ਕਾਂਗਰਸੀ ਆ, ਅਸੀਂ ਨਹੀਂ ਇਹਦੀ ਮੰਨਦੇ। ਸਾਰੀ ਰਿਪੋਰਟ ਆ 50 ਦੇ 50 ਪੰਨਿਆਂ ਦੀ ਪਈ ਹੈ ਮੇਰੇ ਕੋਲੇ, ਕਿਤੇ ਇੱਕ ਲਾਈਨ ਨਹੀਂ ਲਿਖ ਸਕੇ। ਸਗੋਂ ਦੀ ਉਲਟਾ ਇਹ ਕੋਡ ਕੀਤਾ ਵੀ ਇਹ ਗੱਲ ਵਿੱਚ ਸਾਹਮਣੇ ਆਈ ਕਿ ਬਾਦਲ ਸਾਹਿਬ ਨੇ ਇਹ ਕਿਹਾ ਵੀ ਕੋਈ ਵੀ ਧਰਨਾ ਜ਼ਬਰਦਸਤੀ ਨਹੀਂ ਚੁਕਾਉਣਾ, ਜੇ ਚੁਕਾ ਸਕਦੇ ਹੋ ਤਾਂ ਸਹਿਮਤੀ ਨਾਲ ਚੁਕਾਉਣਾ। ਇਹ ਵਿੱਚ ਰਣਜੀਤ ਸਿੰਘ ਨੇ ਆਪ ਕੋਡ ਔਨ ਰਿਕਾਰਡ ਨੇ। ਤੇ ਜੇ ਸਾਡਾ ਨਾਂ ਹੀ ਨਹੀਂ, ਫਿਰ ਇਹ ਵਾਰੀ-ਵਾਰੀ ਭੰਡੀ ਕਿਉਂ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ? ਫੜਨਾ ਤਾਂ ਸਾਨੂੰ ਚਾਹੀਦਾ ਗੁਰੂ ਸਾਹਿਬ ਦੇ ਦੋਖੂਆਂ ਨੂੰ, ਪਰ ਇਹ ਪੋਲਿਟਿਕਸ ਕਰ ਰਹੇ ਆ, ਕਿਉਂਕਿ ਆਹੀ ਪੋਲਿਟਿਕਸ ਕੀਤੀ ਸੀ ਗੁਟਕਾ ਸਾਹਿਬ ਨੂੰ ਫੜ ਕੇ ਕੈਪਟਨ ਸਾਹਿਬ ਨੇ ਕਿ ਅਸੀਂ ਪੜਾਂਗੇ, ਅਸੀਂ ਪੜਾਂਗੇ। ਅੱਛਾ ਬਰਾੜ ਸਾਹਿਬ, ਫਿਰ ਇਹ ਜਿਹੜੀਆਂ ਚੀਜ਼ਾਂ ਨੇ ਔਨ ਰਿਕਾਰਡ ਨੇ ਸਾਰੀਆਂ, ਤੁਸੀਂ ਕਹਿੰਦੇ ਹੋ ਇਹ ਲੋਕਾਂ ਤੱਕ ਕਿਉਂ ਨਹੀਂ ਟਰੈਵਲ ਕਰ ਸਕੀਆਂ ਵਧੀਆ ਤਰੀਕੇ? ਤੁਸੀਂ ਆਪਣਾ ਪੱਖ ਲੋਕਾਂ ਤੱਕ ਕਿਉਂ ਨਹੀਂ ਰੱਖ ਪਾਏ? ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ਾਂ ਕਿਵੇਂ ਚਲੀਆਂ ਗਈਆਂ ਕਿ ਜੀ ਆਹੀ ਨੇ, ਚਾਹੇ ਕਾਗਜ਼ ਬੋਲਦੇ ਨੇ, ਪੱਖ ਦੇ ਵਿੱਚ ਵੀ ਬੋਲਦੇ ਨੇ, ਜਿਵੇਂ ਵੀ ਬੋਲਦੇ ਨੇ, ਪਰ ਲੋਕਾਂ ਤੱਕ ਕਿਉਂ ਨਹੀਂ ਪਹੁੰਚਾ ਪਾਏ? ਗਗਨ ਜੀ, ਮੈਨੂੰ ਲੱਗਦਾ ਕਿ ਕਲਯੁਗ ਦਾ ਹੀ ਜ਼ਮਾਨਾ ਹੈ, ਜਦੋਂ ਝੂਠ ਬੋਲਣ ਵਾਲੇ ਬਾਹਲੇ ਬੋਲੀ ਜਾਂਦੇ। ਹੁਣ ਮੇਰੇ ਵਰਗੇ ਤੇ ਤੁਹਾਡੇ ਵਰਗੇ 5-7 ਸੱਚ ਵੀ ਬੋਲੀ ਜਾਂਦੇ, ਹੁਣ ਤਾਂ ਕੋਈ ਸੁਣਨ ਨੂੰ ਹੀ ਤਿਆਰ ਨਹੀਂ। ਇਹ ਕਿਤੇ ਨਾ ਕਿਤੇ ਕਮੀ ਰਹੀ ਹੈ, ਨਹੀਂ ਤਾਂ ਸੱਚਾਈ ਤਾਂ ਲੋਕਾਂ ਦੇ ਸਾਹਮਣੇ ਹੈ ਨਾ। ਹੁਣ ਤੁਸੀਂ ਇੱਕ ਕਾਂਗਰਸੀ ਜਿਹੜਾ ਉੱਠਦਾ ਕਹਿੰਦੇ ਜੀ ਅਣਪਛਾਤੀ ਪੁਲਿਸ ਤੇ ਹੀ FIR ਕਰਤੀ। ਆਹ ਲੈ ਮੇਰੇ ਕੋਲੇ, ਮੈਂ ਤੁਹਾਡੇ ਮੀਡੀਆ ਵਾਲੇ ਸੱਜਣ ਵੀ ਕਹੀ ਜਾਂਦੇ ਆ, ਤੁਸੀਂ ਹੋਰਾਂ ਨੂੰ ਛੱਡੋ। ਆਹ 130 ਨੰਬਰ FIR ਹੈ 21/10/2015 ਦੀ। ਮੈਂ ਉਹ ਪੜ੍ਹ ਦਿੰਦਾ ਲਾਈਨਾਂ, ਮੈਂ ਤੁਹਾਨੂੰ ਦੇ ਵੀ ਦੇਵਾਂਗਾ, ਮੈਂ ਹਾਈਲਾਈਟ ਕੀਤੀਆਂ, ਜੇ ਕੈਮਰਾ ਨੇੜੇ ਕਰਕੇ ਦਿਖਾ ਸਕਦੇ ਆ ਦਿਖਾ ਦਿਓ। ਇਹਦੇ ਚ ਲਿਖਿਆ ਹੈ ਸਾਧੂ ਸਿੰਘ ਦੀ ਪੁਲਿਸ ਫਾਇਰਿੰਗ ਦੌਰਾਨ ਮੌਤ ਹੋ ਗਈ ਸੀ। ਇਹ ਪੁਲਿਸ ਪਾਰਟੀ ਸ਼੍ਰੀ ਚਰਨਜੀਤ ਸਿੰਘ SSP ਮੋਗਾ ਦੀ ਨਿਗਰਾਨੀ ਹੇਠ ਤਾਇਨਾਤ ਸੀ। ਮਤਲਬ ਜੇ ਮੰਨ ਲਓ ਜਿਹੜੀ ਉੱਥੇ ਗੋਲੀ ਚੱਲੀ ਤੇ ਜਿਹੜੀ ਉਹਨਾਂ ਨੇ ਲਿਖਿਆ ਵੀ ਪੁਲਿਸ ਦੇ ਹੱਥੋਂ ਗੋਲੀ ਚੱਲੀ ਤੇ ਬੰਦੇ ਮਰ ਗਏ, ਜਿਹੜੀ ਪਾਰਟੀ ਤੋਂ ਗੋਲੀ ਚੱਲੀ ਉਹ ਚਰਨਜੀਤ ਸ਼ਰਮਾ SSP ਦੀ ਜਿਹੜੀ ਉਹ ਸੀਗੀ, ਕੀ ਕਹਿੰਦੇ ਆ, ਨਿਗਰਾਨੀ ਹੇਠ ਜਿਹੜੀ ਹੈ ਉਹ ਤੈਨਾਤ ਸੀ। ਚਰਨਜੀਤ ਸ਼ਰਮਾ ਦਾ ਪਹਿਲੇ ਦਿਨ ਦਾ ਪੁਲਿਸ ਇਹਦੇ ਵਿੱਚ ਨਾਂ ਹੈ। ਇਹ ਵੱਖਰੀ ਗੱਲ ਹੈ ਕਿ ਉਦੋਂ ਫਿਰ ਸਿੱਟ ਨੂੰ ਦੇਤੀ ਇਨਕੁਆਰੀ, ਤੇ ਸਿੱਟ ਨੇ ਸਮੇਂ ਸਿਰ ਫੜ ਕੇ ਇਹਦੇ ਤੇ ਕਾਰਵਾਈ ਨਹੀਂ ਕੀਤੀ। ਇੱਥੇ ਕਮੀ ਜ਼ਰੂਰ ਰਹਿ ਗਈ ਹੈ ਕਿਤੇ ਨਾ ਕਿਤੇ, ਪਰ ਇਹ ਬਣਾਈ ਜਾਣਗੇ ਜੀ ਅਣਪਛਾਤੀ ਪੁਲਿਸ ਨੂੰ ਦੇਤੀ। ਪਰ ਬਰਾੜ ਸਾਹਿਬ ਇੱਕ ਚੀਜ਼ ਇਹ ਵੀ ਕਹਿੰਦੇ ਆ ਕਿ ਜਿਹੜਾ 8 ਦਿਨ ਦਾ ਰਿਮਾਂਡ ਸੀਗਾ ਸ਼ਰਮਾ ਹੋਰਾਂ ਦਾ, ਤੇ ਇਹ ਕਹਿੰਦੇ ਆ ਕਿ ਆਪਣੇ ਆਪ ਗੱਡੀਆਂ ਦੀ ਭੰਨਤੋੜ ਕੀਤੀ ਹੈ, ਇਹ ਉਹ ਚੀਜ਼ਾਂ ਨੇ। ਮੈਂ ਇੱਕ ਬੇਨਤੀ ਕਰਾਂ, ਮੈਂ ਇੱਕ ਇੱਥੇ ਨਾ ਥੋੜਾ ਜਿਹਾ ਅੱਜ ਨਵੀਂ ਗੱਲ ਨੂੰ ਕਰੂੰਗਾ, ਪਤਾ ਨਹੀਂ ਮੈਨੂੰ ਲੱਗਦਾ ਕਿ ਕਈ ਵਾਰੀ ਗਲਤ ਵੀ ਨਾ ਲੱਗੇ। ਅਸਲੀਅਤ ਇਹ ਹੋਇਆ ਕਿ ਜਦੋਂ
ਇਹ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ, ਡੀਜੀਪੀ ਬਦਲਤਾ, ਡੀਜੀਪੀ, ਔਰ ਕਿੰਨੇ ਅਫਸਰ ਉਦੋਂ ਸਸਪੈਂਡ ਕੀਤੇ। ਔਰ ਖੇਮਾ ਜਦੋਂ ਪੁਲਿਸ ਦਾ ਬਦਲਿਆ ਨਾ ਕਿਤੇ ਉਹ ਜਿਹੜੇ 52 ਬੰਦੇ ਪੁਲਿਸ ਦੇ ਉੱਥੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ, ਔਰ ਅੱਜ ਵੀ ਮੇਰੇ ਖਿਆਲ 8-10 ਸ਼ਾਇਦ ਬੈੱਡ ਤੇ ਪਏ ਆ। ਇਹ ਚੀਜ਼ ਪੁਲਿਸ ਵਿਖਾਉਣ ਦੇ ਵਿੱਚ ਨਾ ਕਾਮਯਾਬ। ਇਹ ਬਰਾੜ ਸਾਹਿਬ ਇੱਕ 2 ਮਿੰਟ ਤੁਹਾਨੂੰ ਰੋਕੂੰਗਾ, ਇੱਕ ਇਹ ਵੀ ਐਡ ਆਨ ਕਰਨੇ, ਇਹ ਵੀ ਚੀਜ਼ਾਂ ਨਹੀਂ ਸਾਹਮਣੇ ਆ ਪਾਈਆਂ, ਹਾਲਾਂਕਿ ਬਹੁਤ ਦੁੱਖ ਹੈ ਜਿਨ੍ਹਾਂ ਦਾ ਵੀ ਉਦੋਂ ਨੁਕਸਾਨ ਹੋਇਆ ਬਾਈਬਲ ਕਲਾਂ ਤੇ ਬੇਅਦਬੀ, ਪਰ ਇਹ ਚੀਜ਼ ਨਹੀਂ ਆ ਪਾਈ ਸਾਹਮਣੇ। ਮੈਂ ਤੁਹਾਨੂੰ ਬੇਨਤੀ ਕਰੂੰਗਾ, ਆ ਜਿਹੜੀ ਹੁਣ ਰੱਦ ਹੋਈ ਹੈ ਨਾ, ਇਹਦੇ 'ਚ ਸਾਰਾ ਕੁਝ ਆਇਆ ਹੈ, ਤੇ ਤੁਸੀਂ ਕਿਰਪਾ ਕਰਕੇ, ਮੈਂ ਇੱਕ ਨਿੱਜੀ ਅਹਿਸਾਨ ਹੋਊਗਾ ਸੱਚਾਈ ਬਾਹਰ ਕੱਢਣ ਲਈ, ਕਿ ਤੁਸੀਂ ਸਾਰੇ ਲੋਕਾਂ ਨੂੰ ਨਹੀਂ, ਇਕੱਲਾ ਉਹਨਾਂ ਜਿਹੜੇ ਲੋਕ ਜ਼ਖਮੀ ਸੀ ਉਹਨਾਂ ਦੇ ਘਰਾਂ ਤੱਕ ਜਾ ਕੇ ਦੇਖੋ ਵੀ ਵਾਕਈ ਕਿੰਨੇ ਬੈੱਡ ਤੇ ਪਏ ਆ, ਕਿੰਨੇ ਨਕਾਰਾ ਹੋ ਗਏ, ਕਿੰਨਿਆਂ ਦੇ ਸੱਟਾਂ। ਕਿਉਂਕਿ ਬਹੁਤੇ ਕਰਕੇ ਲੋਕਾਂ ਤੱਕ ਇਹ ਚੀਜ਼ ਹੈ ਹੀ ਨਹੀਂ ਕਿ ਕੋਈ ਪੁਲਿਸ ਵਾਲਾ ਉਦੋਂ ਜ਼ਖਮੀ ਹੋਇਆ ਜਾਂ ਕੁਝ ਹੋਇਆ। ਅਸਲੀਅਤ ਦੇ ਵਿੱਚ ਇਹ ਹੈ, ਸ਼ਰਾਰਤ ਕਿਸੇ ਨੇ ਵਿੱਚੋਂ ਕੀਤੀ, ਹਾਲਾਂਕਿ ਰਾਮ ਨਾਲ ਹੀ ਪੁਲਿਸ ਨਾਲ ਇੱਕ ਸਮਝੌਤੇ ਦੇ ਤਹਿਤ ਲੋਕ ਉੱਠ ਰਹੇ ਸੀ। ਸ਼ਰਾਰਤ ਕਿਹਨੇ ਕੀਤੀ? ਤਾਂ ਉਲਟਾ ਪੁਲਿਸ ਕੁੱਟੀ ਜਾਣ ਲੱਗੀ। ਜਦੋਂ ਪੁਲਿਸ ਕੁੱਟੀ ਜਾਣ ਲੱਗੀ, ਪੁਲਿਸ ਨੇ ਆਪਣੀ ਕਾਰਵਾਈ ਕਰਤੀ, ਜਿਹਦੇ 'ਚ ਆਪਣੀ ਕਾਰਵਾਈ ਕਰਤੀ, ਤੇ ਉਹਦੇ ਵਿੱਚ ਜੋ ਕੁਝ ਹੋਇਆ, ਕੋਟਕਪੂਰੇ ਵੀ ਇੱਕ ਬੰਦੇ ਦੇ ਗੋਲੀ ਲੱਗ ਗਈ, ਤੇ ਬਾਈਬਲ ਕਲਾਂ ਵਾਲਾ ਕਾਂਡ ਤਾਂ ਉਦੋਂ 2-3-4 ਘੰਟੇ ਬਾਅਦ 'ਚ ਆਉਂਦਾ। ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਬੈਠੇ ਕਹਿ ਦੇਣਗੇ ਜੀ ਗੋਲੀ ਦਾ ਆਰਡਰ ਕਿਹਨੇ ਦਿੱਤਾ, ਗੋਲੀ ਦਾ ਆਰਡਰ ਕਿਹਨੇ ਦਿੱਤਾ। ਅੱਛਾ, ਇਹ ਚੀਜ਼ ਬਰਾੜ ਸਾਹਿਬ ਬਿਲਕੁਲ ਇੱਕ ਗੱਲ ਦਾ ਸਵਾਲ ਪੁੱਛਦਾ ਹੈ, ਤਰਨਤਾਰਨ ਦੇ ਵਿੱਚ ਪਿਛਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਦੀ 'ਚ ਬੰਦੇ ਮਰ ਗਏ ਸੀਗੇ ਪੁਲਿਸ ਦੀ ਗੋਲੀ ਨਾਲ, ਕੀ ਕੈਪਟਨ ਅਮਰਿੰਦਰ ਸਿੰਘ ਨੇ ਗੋਲੀ ਦਾ ਆਰਡਰ ਦਿੱਤਾ ਸੀ? ਬਰਨਾਲੇ ਜ਼ਿਲ੍ਹੇ 'ਚ ਟਰਾਈਡੈਂਟ ਦਾ ਚੱਲਦਾ ਹੁੰਦਾ ਸੀ ਧਰਨਾ, ਤੇ ਉੱਥੇ 4 ਬੰਦੇ ਪੁਲਿਸ ਦੀ ਗੋਲੀ ਨਾਲ ਮਰ ਗਏ, ਕੀ ਕੈਪਟਨ ਅਮਰਿੰਦਰ ਸਿੰਘ ਤੇ ਪਰਚਾ ਦਰਜ ਹੋ ਗਿਆ? 21 ਸਿੱਖ ਨੌਜਵਾਨਾਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੀਡੀਆ ਤੇ ਆਪ ਮੰਨਿਆ ਕਿ ਮੈਂ ਲਿਜਾ ਕੇ KPS ਗਿੱਲ ਕੋਲੇ ਪੇਸ਼ ਕੀਤੇ, ਤੇ ਮੈਨੂੰ ਦੁੱਖ ਹੈ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ। ਕੀ ਕੈਪਟਨ ਅਮਰਿੰਦਰ ਸਿੰਘ ਤੇ ਪਰਚਾ ਦਰਜ ਕਰਿਆ ਜਾਵੇ? 125 ਬੰਦਾ ਜਾਲੀ ਸ਼ਰਾਬ ਨਾਲ ਇਹਨਾਂ ਦੀ ਸਰਕਾਰ ਦੀ ਗੈਰ ਜ਼ਿੰਮੇਵਾਰ ਨਾਲ ਤਰੀਕੇ ਦੇ ਨਾਲ ਮਾਰਿਆ ਗਿਆ, ਕੀ ਸਰਕਾਰ ਤੇ ਪਰਚਾ ਹੋ ਗਿਆ? ਨਾ ਲਿਖ ਕੇ ਲੋਕ ਖੁਦਕੁਸ਼ੀਆਂ ਕਰੀ ਜਾਂਦੇ ਆ ਕਿ ਐ ਸਰਕਾਰ ਕਰਕੇ ਤੇ ਇਹਨਾਂ ਦੇ ਵਾਅਦੇ ਕਰਕੇ ਅਸੀਂ ਮਰ ਰਹੇ ਆ, ਕੀ ਕੈਪਟਨ ਅਮਰਿੰਦਰ ਸਿੰਘ ਤੇ ਪਰਚਾ ਹੋ ਗਿਆ? ਵਾਹਿਯਾਤ ਗੱਲਾਂ ਕਰਦੇ ਆ ਯਾਰ। ਕਦੇ ਮੁੱਖ ਮੰਤਰੀ ਆਰਡਰ ਦਿੰਦਾ ਹੁੰਦਾ ਵੀ ਗੋਲੀ ਚਲਾਉਣੀ ਹੈ ਕਿ ਨਹੀਂ ਚਲਾਉਣੀ? ਇਹ ਮੌਕੇ ਦੇ ਹਾਲਾਤ ਬਣੇ ਜਦੋਂ ਪੁਲਿਸ ਖੁਦ ਕੁੱਟੀ ਜਾ ਰਹੀ ਸੀ, ਜਦੋਂ ਖੁਦ ਮਾਰੀ ਜਾ ਰਹੀ ਸੀ, ਤੇ ਉਹ ਹਾਲਾਤਾਂ ਦੇ ਮੁਤਾਬਕ ਉੱਥੇ ਉਹਨਾਂ ਨੇ ਆਪਦੀ ਕਾਰਵਾਈ ਕਰਤੀ, ਗੱਲ ਸਾਡੇ ਪੈ ਗਈ ਬਿਨਾਂ ਕਿਸੇ ਗੱਲ ਤੋਂ। ਇਸ ਕਰਕੇ ਇਹ ਵਾਹਿਯਾਤ ਗੱਲਾਂ ਨੇ। ਸਵਾਲ ਮੈਂ ਕਰ ਰਿਹਾ ਸੀ ਕਿ ਬੇਅਦਬੀ ਕੇਸ ਨੂੰ ਜਿਹੜਾ ਬਾਰ-ਬਾਰ ਕਹਿੰਦੇ ਆ ਕਿ ਜੀ ਡਿਲੇ ਕਰਤਾ, ਫਿਰ ਇਹਨਾਂ ਨੇ ਜੀ ਜਿਵੇਂ ਆਪਦਾ ਨਵਾਂ ਉੱਠੇ ਆ ਜਿਹੜੇ ਸਿੱਧੂ ਵਰਗੇ, ਤੇ ਬੜਾ ਰੌਲਾ ਪਾਇਆ। ਇਹਨਾਂ ਨੇ ਅਖੀਰ ਜਸਟਿਸ ਰਣਜੀਤ ਸਿੰਘ ਦੀ ਜਿਸ ਦਿਨ ਰਿਪੋਰਟ ਪੇਸ਼ ਹੁੰਦੀ ਹੈ ਸਾਰੀ ਦੀ ਸਾਰੀ, ਮੈਂ ਪਹਿਲਾਂ ਕਹਿ ਚੁੱਕਿਆ, ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਕਿਸੇ ਦਾ ਨਾਂ ਤੱਕ ਨਹੀਂ ਇਹਦੇ ਵਿੱਚ, ਕਿਸੇ ਦਾ ਨਾਂ ਤੱਕ ਨਹੀਂ। ਜੇ ਜ਼ਿਕਰ ਕੀਤਾ ਸਿਰਫ ਮਨਤਾਰ ਸਿੰਘ ਬਰਾੜ ਦਾ, ਕਿੰਨਾ ਕੀਤਾ ਕਿ ਇਹਦੇ ਟੈਲੀਫੋਨ ਤੇ DC ਨਾਲ ਗੱਲ ਹੋਈ ਹੈ। ਬਾਰ-ਬਾਰ ਇਹ ਚੀਜ਼ ਆ ਰਹੀ ਕਿ 1-1.5 ਘੰਟੇ ਦੇ ਕਈ ਸੈਂਕੜੇ ਫੋਨ ਕੀਤੇ। ਅੱਜ ਇੱਕ ਹੋਰ ਵਕੀਲ ਨੇ ਵੀ ਕਹਿੰਦਾ ਜੀ ਵੱਡਾ ਖੁਲਾਸਾ ਕਰਤਾ, ਰਾਤ ਨੂੰ ਇੰਨੇ ਵਜੇ ਗੱਲ ਹੋਈ, ਮੁੱਖ ਮੰਤਰੀ ਦੀ ਇੰਨੇ ਵਜੇ ਹੋਈ। ਗਗਨ ਜੀ, ਜਿਹੜੇ ਮੁੱਖ ਮੰਤਰੀ ਨੂੰ ਫਿਕਰ ਹੋਊਗਾ ਉਹ ਰਾਤ ਨੂੰ ਵੀ ਗੱਲ ਕਰੂਗਾ। ਆ ਪਰਸੋਂ ਚੌਥੇ ਇੱਕ ਚੀਫ ਇੰਜੀਨੀਅਰ ਦੁਲਟ ਹੁੰਦੇ ਸੀ ਸਾਡੇ, ਇਹ ਕਹਿੰਦੇ ਨਾ ਜੀ ਰਾਤ ਨੂੰ ਕਿਹੜਾ ਮੁੱਖ ਮੰਤਰੀ ਗੱਲਾਂ ਕਰਦਾ। ਉਹ ਕੁਦਰਤੀ ਸਾਡੇ ਕੋਲੇ ਕਲਿੱਪ ਉਹਦੀ ਪਈ ਸੀ, ਅਸੀਂ ਉਹ ਵੀ ਲੋਕਾਂ 'ਚ ਕੱਢੀ। ਰਾਤ ਨੂੰ 2:30 ਵਜੇ ਫੋਨ ਆ ਗਿਆ ਕਿ ਕਾਕਾ ਤੂੰ ਨਹਿਰਾਂ ਦਾ ਪਾਣੀ ਕਿਉਂ ਛੱਡਤਾ, ਅੱਗੇ ਹੜ੍ਹ ਆਏ ਫਿਰਦੇ ਆ। ਤਾਂ ਉਹਨਾਂ ਨੇ ਦੱਸਿਆ ਜੀ ਵੀ ਜੇ ਮੈਂ ਪਾਣੀ ਨਹਿਰਾਂ 'ਚ ਨਹੀਂ ਛੱਡੂੰਗਾ ਤਾਂ ਇੱਕਦਮ ਜਿਹੜਾ ਹੈਗਾ ਬੰਨ ਤੋਂ ਵੀ ਟੁੱਟ ਸਕਦੇ ਆ, ਜ਼ਿਆਦਾ ਨੁਕਸਾਨ ਹੋਊਗਾ, ਇਹਦੇ ਨਾਲ ਪਾਣੀ ਵੰਡਿਆ ਜਾਊਗਾ। ਤੇ ਉਹਨਾਂ ਨੇ ਦੱਸਿਆ ਕਿ ਰਾਤ ਨੂੰ 2:30 ਵਜੇ ਫੋਨ ਆਇਆ। ਤੇ ਜੇ ਮੁੱਖ ਮੰਤਰੀ ਨੂੰ ਇਹ ਪਤਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਧਰਨੇ ਲੱਗੇ ਪਏ ਆ, ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਇਸ 'ਚ ਰੋਸ ਕਰ ਰਹੀਆਂ, ਤੇ ਜ਼ਿੰਮੇਵਾਰ ਜਿਹੜਾ ਹੈਗਾ ਪ੍ਰਸ਼ਾਸਨ ਦੇ ਤੌਰ ਤੇ ਮੈਂ ਹੈਗਾ, ਤੇ ਕੀ ਉਹ ਮੁੱਖ ਮੰਤਰੀ ਰਾਤ ਨੂੰ ਗੱਲ ਨਹੀਂ ਕਰੂਗਾ? ਕੋਈ ਸ਼ਰਾਬ ਪੀ ਕੇ ਸੌਣ ਵਾਲਾ ਮੁੱਖ ਮੰਤਰੀ ਹੋਵੇ ਤਾਂ ਫਿਰ ਤਾਂ ਨਾ ਕਰੇ, ਤੇ ਜਿਹਨੂੰ ਫਿਕਰ ਹੈ ਭਾਈ ਉਹ ਤਾਂ ਗੱਲ ਕਰੂਗਾ ਹੀ। ਤੇ ਇਹਦੇ 'ਚ MLA ਦੇ ਫੋਨ ਦੇ ਰਾਹੀਂ ਜਾਂ MLA ਦੇ ਫੋਨ ਤੇ DC ਨਾਲ ਗੱਲ ਹੋ ਗਈ, ਤੇ ਕੀ ਰਾਤ ਨੂੰ ਜਿਹੜੀ 2 ਵਜੇ ਗੱਲ ਹੋ ਗਈ ਉਹਦੇ ਨਾਲ ਗੋਲੀ ਚੱਲ ਗਈ? ਗੋਲੀ ਤਾਂ ਸਵੇਰੇ ਚੱਲੀ ਹੈ ਜਿਹੜੀ ਜਦੋਂ ਪੁਲਿਸ ਕੁੱਟੀ ਦੀ ਜਾ ਰਹੀ ਸੀ, ਤੇ ਉਹਦੇ ਨਾਲ ਗੋਲੀ ਚੱਲ ਗਈ। ਇਸ ਕਰਕੇ ਇਹ ਸਾਰੇ ਦਾ ਸਾਰਾ ਝੂਠ ਦਾ ਪਲੰਦਾ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਮੜਿਆ ਗਿਆ। ਔਰ ਮੈਂ ਇੱਕ ਬੇਨਤੀ ਕਰਦਿਆਂ, ਗੁਰੂ ਸਾਹਿਬ ਬੜੀ ਛੇਤੀ ਇਨਸਾਫ ਕਰਨਗੇ। ਚੱਕੀ ਪੀਸ ਦੀ ਤਾਂ ਹੈਗੀ ਆ, ਭਾਵੇਂ ਦੇਰ ਲਾਉਂਦੀ ਆ, ਪਰ ਪੀਸ ਦੀ ਬਹੁਤ ਬਰੀਕ ਹੈ। ਇਹ ਹੌਲੀ ਹੌਲੀ ਨੰਗਾ ਹੋ ਰਿਹਾ। ਇਹਨਾਂ ਨੇ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ 'ਚ ਜਾਂਦੀ ਹੈ, ਤਾਂ ਇਹਨਾਂ ਨੇ ਸਾਰਿਆਂ ਨੇ ਮਤਾ ਪਾਤਾ ਕਿ ਜਿਹੜੀ ਜਾਂਚ CBI ਤੋਂ ਵਾਪਸ ਲਈ ਜਾਵੇ। ਇਹ 28/8/2018 ਨੋਟ ਕਰ ਲਿਓ, ਭਾਵੇਂ 28/8/2018 ਦੀ। ਤਾਂ ਜਦੋਂ ਕਰਤਾ, ਥੋੜੇ ਦਿਨਾਂ ਬਾਅਦ ਨੋਟੀਫਿਕੇਸ਼ਨ ਹੋ ਗਿਆ, ਕਿਉਂਕਿ ਉਹ ਸਰਕਾਰੀ ਪ੍ਰਕਿਰਿਆ ਹੁੰਦੀ ਹੈ। 6/9/2018 ਨੂੰ ਨੋਟੀਫਿਕੇਸ਼ਨ ਹੋ ਗਿਆ ਕਿ CBI ਤੋਂ ਕੇਸ ਵਾਪਸ ਲਿਆ ਜਾਵੇ। ਅੱਗੇ ਬੜੀ ਅਚੰਭੇ ਵਾਲੀ ਸੁਣਨ ਵਾਲੀ ਗੱਲ ਹੈ ਗਗਨ ਜੀ, 4/7/2019 ਨੂੰ, ਮਤਲਬ ਲਗਭਗ 10 ਮਹੀਨੇ ਕੁਝ ਦਿਨਾਂ ਬਾਅਦ CBI ਕਲੋਜ਼ਰ ਰਿਪੋਰਟ ਫਾਈਲ ਕਰਦੀ ਹੈ।
ਇਹਨਾਂ ਪੰਜਾਬ ਸਰਕਾਰ ਦੇ ਕਿਸੇ ਅਫਸਰ ਨੇ ਜਾ ਕੇ ਨਾ ਤਾਂ ਰਿਕਾਰਡ ਮੰਗਿਆ ਤੇ ਨਾ ਕੋਈ ਚਿੱਠੀ ਤੱਕ ਲਿਖੀ ਹੈ। ਤੇ ਇਹ ਗੱਲਾਂ ਸਾਨੂੰ ਕਹਿੰਦੇ ਡਿਲੇ ਕਰਤੀ। ਤੁਸੀਂ ਕਿਉਂ ਨਹੀਂ ਨਾਲ ਦੀ ਨਾਲ ਰਿਕਾਰਡ ਮੰਗਿਆ ਆਪਦਾ ਜਾਂ ਰਿਕਾਰਡ ਲਿਆ? ਤਾਂ ਉਸ ਤੋਂ ਬਾਅਦ ਵਿੱਚ ਜਿਹੜੇ ਉਹ ਸੀਗੇ ਡਾਇਰੈਕਟਰ ਸੀਗੇ ਵਿੱਚ ਉਹ ਚਿੱਠੀਆਂ ਦੂਜੇ ਪਾਸੇ ਨੂੰ ਲਿਖਤੀਆਂ, ਤੀਜੇ ਪਾਸੇ ਨੂੰ ਲਿਖਤੀਆਂ। ਇਹ ਸਾਰਾ ਕੁਝ ਕਿਹਨੇ ਡਿਲੇ ਕੀਤਾ? ਪਹਿਲਾਂ ਇਹਨਾਂ ਨੇ ਖੁਦ ਸੀਬੀਆਈ ਨੂੰ ਦਵਾਈ, ਫਿਰ ਖੁਦ ਸੀਬੀਆਈ ਤੋਂ ਵਾਪਸ ਲਈ, ਫਿਰ ਖੁਦ ਸੀਬੀਆਈ ਤੋਂ ਵਾਪਸ ਲੈਣ ਦੇ ਵਿੱਚ ਖੁਦ ਦੇਰੀ ਕੀਤੀ, ਤੇ ਫਿਰ ਉਸ ਤੋਂ ਬਾਅਦ ਦੇਤੀ ਰਣਬੀਰ ਸਿੰਘ ਖੱਟੜਾ ਸਾਹਿਬ ਨੂੰ ਜਿਹੜੀ ਹੈ ਜਾਂਚ ਦੇਤੀ। ਰਣਬੀਰ ਸਿੰਘ ਖੱਟੜਾ ਸਾਹਿਬ ਨੇ ਆ 20/7/2020 ਨੂੰ ਚਲਾਨ ਪੇਸ਼ ਕਰਤਾ, ਜਿਹਦੇ ਚ ਰਾਮ ਰਹੀਮ ਤੇ ਸਾਰੇ ਇਹਨਾਂ ਨੂੰ ਅਕਿਊਜ਼ਡ ਬਣਾ ਕੇ ਤੇ ਚਲਾਨ ਪੇਸ਼ ਕਰਤਾ। ਬੜੀ ਵਾਹਵਾ ਖੱਟ ਲਈ ਸਰਕਾਰ ਨੇ ਕਿ ਜੀ ਚਲਾਨ ਪੇਸ਼ ਹੋ ਗਿਆ ਤੇ ਇਹ ਹੋ ਗਿਆ ਉਹ ਹੋ ਗਿਆ। ਇਹਦੇ ਚ ਜਿਹੜੇ ਪੀੜਤ ਸੀਗੇ ਵਿੱਚੋਂ ਇਹ ਵੀ ਹਾਈ ਕੋਰਟ ਚੱਲ ਗਏ। ਔਰ ਮੈਂ ਤੁਹਾਨੂੰ ਵੱਡੀ ਗੱਲ ਦੱਸ ਦਿਆਂ ਜਿਹੜੀ ਕਿ ਅੱਜ ਚਰਚਾ ਦਾ ਵਿਸ਼ਾ ਹੋਣੀ ਚਾਹੀਦੀ ਸੀ ਉਸ ਵੇਲੇ, ਇਹ ਪਤਾ ਨਹੀਂ ਕਿਉਂ ਨਹੀਂ ਬਣੀ। ਇੱਕ ਅਫਸਰ ਦੀ ਗੋਲੀ ਵਾਲੀ ਜਿਹੜੀ ਰਿਪੋਰਟ ਹੈ ਰੱਦ ਹੋ ਗਈ, ਇਹ ਤਾਂ ਬਹੁਤ ਹੋ ਹੱਲਾ ਪੈ ਗਿਆ, ਬਹੁਤ ਹਾਈਲਾਈਟ ਹੋ ਤੇ ਗਈ। ਗੁਰੂ ਸਾਹਿਬ ਦੀ ਬੇਅਦਬੀ ਵਾਲੀ ਗੱਲ ਨਾ ਤਾਂ ਮੀਡੀਆ ਨੇ ਚੱਕੀ ਤੇ ਨਾ ਹੀ ਇਹਨਾਂ ਨੇ ਸਰਕਾਰ ਨੇ ਕੋਈ ਸਿਰੇ ਲਾਈ, ਕਿਉਂਕਿ ਜੇ ਅਸੀਂ ਬੋਲਦੇ ਸੀ ਇਹ ਲੱਗਣਾ ਸੀ ਵੀ ਇਹ ਪਤਾ ਨਹੀਂ ਕਿਉਂ ਬੋਲਦੇ ਆ। 4/1/2021 ਨੂੰ 43 ਪੇਜ ਦਾ ਡਿਸੀਜਨ ਹੈ, 43 ਪੇਜ ਦਾ। ਮਾਣਯੋਗ ਹਾਈ ਕੋਰਟ ਨੇ ਰਣਬੀਰ ਸਿੰਘ ਖੱਟੜਾ ਵਾਲੇ ਚਲਾਨ ਨੂੰ ਵੀ ਰੱਦ ਕਰਤਾ ਤੇ ਰਣਬੀਰ ਸਿੰਘ ਖੱਟੜਾ ਨੂੰ ਵੀ ਪਾਸੇ ਕਰਤਾ ਕਿ ਤੂੰ ਗਲਤ ਜਿਹੜੀ ਹੈਗੀ ਹੈ ਜਾਂਚ ਕੀਤੀ ਹੈ, ਕਿਉਂਕਿ ਸਬੂਤ ਜਿਹੜੇ ਸੀਗੇ ਉਹ ਮਿਲ ਗਏ ਵੀ ਭਾਈ ਆ ਗਲਤ ਕੀਤਾ ਗਲਤ ਕੀਤਾ ਗਲਤ ਕੀਤਾ। ਤੇ 4/1/2021 ਨੂੰ ਅੱਜ ਕਿੰਨੇ ਮਹੀਨੇ ਹੋ ਗਏ ਜੀ? ਲਗਭਗ 3.5 ਮਹੀਨੇ। 3.5 ਮਹੀਨੇ ਦਾ ਇਹਨਾਂ ਨੇ ਨਵੀਂ ਸਿੱਟ ਬਣਾਤੀ। ਸੀਬੀਆਈ ਕੋਲੋਂ ਸਾਰੇ ਦੇ ਸਾਰੇ ਪਲੰਦੇ ਵੀ ਇਹਨਾਂ ਕੋਲੇ ਵਾਪਸ ਆ ਗਏ। ਇਹ 3.5 ਮਹੀਨਿਆਂ 'ਚ ਕੀ ਕੀਤਾ? ਕੋਈ ਮੀਟਿੰਗ ਕੀਤੀ ਮੁੱਖ ਮੰਤਰੀ ਨੇ? ਕੋਈ ਡੀਜੀਪੀ ਨੇ ਕੀਤੀ ਹੋਵੇ? ਕਿਸੇ ਨੇ ਕੀਤੀ ਹੋਵੇ? ਭਾਈ ਗੁਰੂ ਸਾਹਿਬ ਦੀ ਬੇਅਦਬੀ ਤੇ ਜੇ ਤੁਹਾਨੂੰ ਇੰਨਾ ਫਿਕਰ ਹੈ, ਆ ਜਿਹੜੇ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰਦਾ ਫਿਰਦਾ, ਭਾਵੇਂ ਸਿੱਧੂ ਹੋਇਆ, ਭਾਵੇਂ ਉਹ ਰੰਧਾਵਾ ਹੋਇਆ, ਬਹੁਤ ਬੋਲਦਾ ਸੀ, ਕਦੇ ਕਿਸੇ ਨੇ ਜਾ ਕੇ ਪੁੱਛਿਆ ਵੀ ਭਾਈ ਆਪਣੀ ਸਰਕਾਰ ਦੀ ਜ਼ਿੰਮੇਵਾਰੀ ਹੈ, ਤੁਸੀਂ ਕੀ ਕਰ ਰਹੇ ਹੋ? ਕੋਈ ਨਹੀਂ ਪੁੱਛਦਾ। ਕੱਲਾ ਜਦੋਂ ਸਾਨੂੰ ਗਾਲਾਂ ਕੱਢਣੀਆਂ ਹੁੰਦੀਆਂ, ਅਕਾਲੀ ਦਲ ਨੂੰ ਬਦਨਾਮ ਕਰਨਾ ਹੁੰਦਾ, ਉਦੋਂ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ। ਤਾਂ ਇਹ ਪਹਿਲਾਂ ਹੀ ਇਹ ਵੀ ਜਾਂਚ ਰੱਦ ਹੋ ਚੁੱਕੀ ਹੈ। ਹੁਣ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਕੋਈ ਅਰਜੀ ਪਾਈ ਡਿਲੇ 'ਚ ਕਿਤੇ, ਨਾ ਅਸੀਂ ਖੁਦ ਸੀਬੀਆਈ ਨੂੰ ਕੇਸ ਦਿੱਤਾ, ਇਹ ਕਾਂਗਰਸੀਆਂ ਨੇ ਕਹਿਣ ਤੇ ਦਵਾਇਆ। ਕੀ ਕਿਹਾ ਤੁਸੀਂ? ਉਹਦੇ ਹਾਮੀ ਭਰੀ ਕਿਉਂ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਓ। ਜੇ ਪਰਮਾਤਮਾ ਨੂੰ ਜਾਣ ਦੇਣੀ ਹੈ, ਬਾਦਲ ਪਰਿਵਾਰ ਜਿੰਨੇ ਥਾਂ ਵੀ ਉਹਨਾਂ ਦੇ ਘਰ ਹੈ, ਹਰ ਥਾਂ ਤੇ ਗ੍ਰੰਥੀ ਰੱਖ ਕੇ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ। ਕਿਸੇ ਵੀ ਬੰਦੇ ਨੂੰ ਮੱਥੇ ਲਾਉਣ ਤੋਂ ਪਹਿਲਾਂ ਗੁਰੂ ਸਾਹਿਬ ਦੀ ਹਾਜ਼ਰੀ ਭਰਦੇ ਆ ਤੇ ਫਿਰ ਆ ਕੇ ਆਪਦਾ ਕੰਮ ਸ਼ੁਰੂ ਕਰਦੇ ਆ। ਪਰ ਸ਼ਾਮ ਨੂੰ ਜਦੋਂ ਵਾਪਸ ਆਉਂਦੇ ਆ ਪਹਿਲਾਂ ਗੁਰੂ ਸਾਹਿਬ ਦੀ ਹਾਜ਼ਰੀ ਭਰਦੇ ਆ ਤੇ ਫਿਰ ਆਪਣੇ ਕਮਰੇ ਵੱਲ ਨੂੰ ਜਾਂਦਾ। ਜਿਹੜਾ ਬੰਦਾ ਇੰਨਾ ਗੁਰੂ ਦੇ ਵਿੱਚ ਆਸਥਾ ਰੱਖਣ ਵਾਲਾ ਹੋਵੇ ਤੇ ਉਹ ਕੀ ਸੋਚ ਸਕਦਾ? ਇੱਕ ਸੈਕਿੰਡ ਮੈਂ ਸੌਰੀ ਤੁਹਾਡੀ ਗੱਲ ਟੋਕਦੇ ਆ। ਦੂਜੀ ਗੱਲ, ਯਾਰ ਚੰਗੀ ਭਲੀ ਸਰਕਾਰ ਚੱਲੀ ਜਾਂਦੀ ਹੈ ਔਰ ਵਿਕਾਸ ਦੇ ਮੁੱਦੇ ਤੇ ਅਸੀਂ ਤੀਜੀ ਸਰਕਾਰ ਬਣਾਉਣ ਜਾ ਰਹੇ ਹਾਂ। ਕੌਣ ਸੋਚੂਗਾ ਕਿ ਮੈਂ ਆਪਦੀ ਕੁਰਸੀ ਨੂੰ ਅੱਗ ਲਾ ਲਾਂ? ਕਦੇ ਕੋਈ ਸੋਚ ਸਕਦਾ? ਮਤਲਬ ਇਹ ਕੈਸੀਆਂ ਬੇਹੁਦਰੀਆਂ ਗੱਲਾਂ ਹੈ। ਕਦੇ ਕੋਈ ਵੀ ਜਿਹੜਾ ਕਾਨੂੰਨ ਦੇ ਵਿੱਚ ਲੜਾਈ ਹੁੰਦੀ ਹੈ, ਅਦਾਲਤ ਦੇ ਵਿੱਚ ਕੇਸ ਜਾਂਦੇ ਆ, ਤਾਂ ਕੇਸ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਇਹਦਾ ਬੈਨੀਫਿਟ ਕਿਹਨੂੰ ਹੋ ਰਿਹਾ ਸੀ। ਤਾਂ ਉਹ ਬੈਨੀਫਿਟ ਜਿਹਨੂੰ ਹੋ ਰਿਹਾ, ਜਦੋਂ ਕਰਪਸ਼ਨ ਦੇ ਕੇਸ ਦੂਜੇ ਤੀਜੇ ਇਹੋ ਜਿਹੇ ਸੁਣਵਾਈ ਹੁੰਦੀ ਹੈ, ਜਿਹਦੇ ਮੰਨ ਲਓ ਤੁਹਾਡੇ ਖਾਤੇ 'ਚ ਪੈਸੇ ਪੈ ਗਏ ਤੇ ਉਹਦਾ ਬੈਨੀਫਿਟ ਬਾਅਦ 'ਚ ਮੈਨੂੰ ਹੋਇਆ, ਤੁਸੀਂ ਤਾਂ ਅਕਿਊਜ਼ਡ ਹੈਗੇ ਨਾਲ, ਮੈਨੂੰ ਵੀ ਜਿਹੜਾ ਹੈਗਾ ਅਦਾਲਤ ਨੇ ਸਜ਼ਾ ਦੇਣੀ ਹੈ। ਤੇ ਫਿਰ ਬੈਨੀਫਿਟ ਤਾਂ ਜਾਂ ਤਾਂ ਕਾਂਗਰਸ ਨੂੰ ਹੋਇਆ, ਹੋਰ ਤਾਂ ਕਿਸੇ ਨੂੰ ਹੋਇਆ ਹੀ ਨਹੀਂਗਾ। ਇਹ ਬੇਅਦਬੀ ਦਾ ਬੈਨੀਫਿਟ ਤਾਂ ਕਾਂਗਰਸ ਨੂੰ ਹੋਇਆ। ਅਸੀਂ ਸਬੂਤ ਸਾਥੋਂ ਨਹੀਂ ਇਕੱਠੇ ਕੀਤੇ ਗਏ। ਹੋ ਸਕਦਾ ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਟਾ ਢੇਰੀ ਕਰ ਸਕਦੇ ਆ, ਕਤਲੇਆਮ ਕਰਾ ਸਕਦੇ ਆ, ਤੇ ਆਹ ਘਿਨਾਉਣਾ ਕਾਰਨਾਮਾ ਵੀ ਹੋ ਸਕਦਾ ਇਹਨਾਂ ਨੇ ਖੁਦ ਕੀਤਾ ਹੋਵੇ ਸਰਕਾਰ ਬਣਾਉਣ ਦੇ ਲਈ, ਸਾਨੂੰ ਬਦਨਾਮ ਕਰਨ ਦੇ ਲਈ। ਵਰਨਾ ਤਾਂ ਅਸੀਂ ਆਰਾਮ ਨਾਲ ਤੀਜੀ ਸਰਕਾਰ ਬਣਾ ਲੈਣੀ ਸੀਗੀ। ਅਸੀਂ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਸੀ ਅਸੀਂ, ਤੇ ਹੋ ਸਕਦਾ ਆਰਾਮ ਨਾਲ ਸਰਕਾਰ ਬਣਾ ਲੈਂਦੇ। ਇਸ ਕਰਕੇ ਜਿੰਨੇ ਵੀ ਥਾਂ ਤੇ ਡਿਲੇ ਕੀਤੀ ਹੈ, ਕਾਂਗਰਸ ਵਾਲੇ ਨੇ ਖੁਦ ਕੀਤੀ ਹੈ, ਆਮ ਆਦਮੀ ਪਾਰਟੀ ਵਾਲਿਆਂ ਨੇ ਝੂਠੇ ਐਵੇਂ ਨਾਲ ਸਾਥ ਦੇ ਕੇ ਕੀਤੀ ਹੈ। ਅੱਜ ਅਸੀਂ ਜਵਾਬ ਮੰਗਾਂਗੇ, ਪੰਜਾਬ ਦੇ ਲੋਕ ਜਵਾਬ ਮੰਗਣਗੇ, ਪੰਥਕ ਆਗੂ ਜਵਾਬ ਮੰਗਣਗੇ ਕਿ ਤੁਸੀਂ ਜਿਹੜਾ ਕਹਿੰਦੇ ਸੀ ਅਸੀਂ ਫੜ ਕੇ ਮਹੀਨੇ 2 ਮਹੀਨਿਆਂ 'ਚ ਅੰਦਰ ਦੇ ਦਾਂਗੇ, ਅੱਜ ਕਿੱਥੇ ਆ ਤੁਹਾਡਾ ਉਹ ਵਾਅਦਾ? ਤੁਸੀਂ ਝੂਠੇ ਸੱਚਾ ਚਲਾਨ ਵੀ ਪੇਸ਼ ਕੀਤਾ। ਆ ਝੂਠੇ ਸੱਚੇ ਚਲਾਨ ਨੂੰ ਤੁਹਾਨੂੰ ਕੋਰਟ ਨੇ ਪਰੇ ਮਾਰਿਆ। ਤੇ ਫਿਰ ਜੇ ਕੋਰਟ ਹੀ ਨਹੀਂ ਤੁਹਾਡੀ ਗੱਲ ਨੂੰ ਮੰਨਣ ਨੂੰ ਤਿਆਰ, ਤੇ ਤੁਸੀਂ ਖੁਦ ਕੋਰਟਾਂ ਤੋਂ ਵੀ ਉੱਚੇ ਹੋ ਗਏ। ਫਿਰ ਜਿਹੜਾ ਕਹਿੰਦੇ ਵੀ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ। ਪਰਸੋਂ ਜਿੱਥੇ ਬਿੱਟੂ ਬੋਲ ਰਿਹਾ ਸੀ ਤੁਹਾਡਾ ਇੱਥੋਂ ਵਾਲਾ MP ਕਿ ਜੀ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ। ਕੈਪਟਨ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ। ਤੇਰੇ ਕੋਲ ਕਿਹੜੀ ਤੇਰੀ ਅਦਾਲਤ ਦੇ ਹੁਕਮ ਹੋਵੇ ਤੂੰ ਬਿਨਾਂ ਕਿਸੇ ਗੱਲ ਤੋਂ ਫਲਾਣਿਆਂ ਨੂੰ ਫੜ ਕੇ ਅੰਦਰ ਦੇ ਦਿਓ? ਇਸ ਕਰਕੇ ਮੇਰੀ ਇਹ ਫਿਰ ਬੇਨਤੀ ਹੈ, ਕਾਂਗਰਸੀ ਵੀਰਾਂ ਨੂੰ ਵੀ ਬੇਨਤੀ ਹੈ, ਪੰਜਾਬ ਸਾਡਾ ਸਾਂਝਾ ਹੈ। ਪੰਜਾਬ ਦੇ ਵਿੱਚ ਸ਼ਾਂਤੀ ਰੱਖਣੀ ਜ਼ਰੂਰੀ ਹੈ
ਔਰ ਇਹੋ ਜਿਹੀਆਂ ਅੱਗ ਲਾਉਣ ਵਾਲੀਆਂ ਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨਾ ਕਰੋ ਕਿਉਂਕਿ ਗੁਰੂ ਸਾਹਿਬ 'ਚ ਬਹੁਤ ਸ਼ਕਤੀ ਹੈ। ਲੈ ਲੇਗਾ ਆਪੇ ਆਪ ਦਾ ਹਿਸਾਬ ਲੈ ਲੇਗਾ। ਸੁਖਬੀਰ ਬਾਦਲ ਹੋਣਾ ਨੇ ਕਿਹਾ ਵੀ ਹੈ ਕਿ ਕੱਖ ਨਾ ਰਵੇ। ਇਹੀ ਬੇਨਤੀ ਕੀਤੀ ਹੈ ਸਾਡੇ ਪ੍ਰਧਾਨ ਸਾਹਿਬ ਨੇ। ਅਸੀਂ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਅਰਦਾਸ ਕੀਤੀ ਹੈ ਕਿ ਬਰਾੜ ਸਾਹਿਬ ਜਿਹਨੇ ਬੇਅਦਬੀ ਕੀਤੀ ਹੈ ਉਹਦਾ ਵੀ ਕੱਖ ਨਾ ਰਹੇ, ਜਿਹਨੇ ਕਰਵਾਈ ਆ ਉਹਦਾ ਵੀ ਕੱਖ ਨਾ ਰਹੇ, ਤੇ ਜਿਹੜੇ ਇਹਦੇ ਤੇ ਸਿਆਸਤ ਕਰਨ ਉਹਨਾਂ ਦਾ ਵੀ ਕੱਖ ਨਾ ਰਹੇ। ਸਾਨੂੰ ਪਰਮਾਤਮਾ 'ਚ ਭਰੋਸਾ ਹੈ। ਇਹ ਬਿਆਨ ਵੈਸੇ ਬਹੁਤ ਵੱਡਾ ਹੈ। ਮੈਂ ਕਹਿਣਾ ਜੀ ਜਮਾ ਹੀ ਕੱਖ ਨਾ ਰਵੇ, ਗੱਲ ਮੁੱਕ ਗਈ। ਸਾਨੂੰ ਗੁਰੂ ਸਾਹਿਬ ਤੋਂ ਉੱਤੇ ਹੋਰ ਹੈ ਕੀ ਹੈ? ਜੇ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਇੱਕ ਸਧਾਰਨ ਪੇਂਡੂ ਜੱਟ ਦਾ ਪੁੱਤ, ਮੈਂ ਤੁਹਾਡੇ ਸਾਹਮਣੇ ਬੈਠਾ ਬੋਲ ਰਿਹਾ, ਇਹਨਾਂ ਗੱਲਾਂ ਬੋਲ ਰਿਹਾ, ਇਹ ਪਾਰਟੀ ਕਰਕੇ ਮੌਕਾ ਮਿਲਿਆ ਜਾਂ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਮੌਕਾ ਮਿਲਿਆ ਨਾ। ਤੇ ਜੇ ਜਿਹੜਾ ਕੁਝ ਪਰਮਾਤਮਾ ਨੇ ਬਖਸ਼ਿਸ਼ ਕੀਤਾ ਤੇ ਤੀਜੇ ਚੌਥੇ ਕੌਣ ਕੋਈ ਝੂਠਾ ਬਦਨਾਮ ਕਰਕੇ ਕਿੰਨਾ ਕੁ ਚਿਰ ਚੱਲ ਜਾਏਗਾ? ਇਹ ਇੱਕ ਅੱਧੇ ਵਾਰੀ ਚੱਲ ਜਾਏਗਾ, ਕਿੰਨੀ ਵਾਰ ਚੱਲ ਜਾਏਗਾ? ਇਸ ਕਰਕੇ ਮੈਂ ਪਹਿਲਾਂ ਇੱਕ ਗੱਲ ਦੁਹਰਾਈ ਸੀ, ਨਸ਼ੇ ਦੀਆਂ ਗੱਲਾਂ ਕੌਣ ਕਰਦੇ ਆ? ਖੁਦ ਨਸ਼ਾ ਕਰਨ ਵਾਲੇ। ਅਕਾਲ ਤਖਤ ਸਾਹਿਬ ਜਾਂ ਬੇਅਦਬੀ ਦੀਆਂ ਗੱਲਾਂ ਕੌਣ ਕਰਦੇ ਆ? ਜਿਹਨੇ ਹਜ਼ਾਰਾਂ ਬੀੜਾਂ ਦਾ ਉਸ ਵੇਲੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਢਾਹ ਢੇਰੀ ਕਰਕੇ ਤੇ ਉਹਨੂੰ ਨੁਕਸਾਨ ਕਰਨ ਵਾਲੇ ਉਹ ਗੱਲਾਂ ਕਰਦੇ ਆ ਬੇਅਦਬੀ ਦੀਆਂ। ਇਸ ਕਰਕੇ ਬੇਅਦਬੀ ਦੇ ਮੁੱਦੇ ਤੇ ਮੇਰਾ ਇਹੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 4 ਸਾਲ ਤੇ 3 ਮਹੀਨਿਆਂ ਦੇ ਵਿੱਚ ਹੱਥ ਬਿਲਕੁਲ ਖਾਲੀ ਹੈ ਤੇ ਨੰਗੇ ਹੈ। ਆ ਇਹਨਾਂ ਦਾ ਚਲਾਨ ਪਿਆ ਜਿਹੜਾ ਦੂਜੀ ਕਿੰਨੀ ਤਰੀਕ ਨੂੰ ਮੈਂ ਦੱਸ ਕੇ ਹਟਿਆ ਹੁਣੇ 4/1/2021 ਨੂੰ ਮਾਣਯੋਗ ਹਾਈ ਕੋਰਟ ਨੇ ਰੱਦ ਕਰਤਾ। ਇਹ ਜਿਹੜਾ ਬੇਅਦਬੀ ਵਾਲਾ। ਹੁਣ ਤੁਸੀਂ ਨਵਾਂ ਮਜਬੂਨ ਜਿਹੜਾ ਫਾਇਰਿੰਗ ਵਾਲਾ ਖੋਲੋਗੇ ਤਾਂ ਮੈਂ ਉਹਦੇ ਬਾਰੇ ਆ ਜਾਂਦਾ ਦੁਬਾਰਾ। ਔਰ ਜਦੋਂ ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਜਿਹੜੀ ਰਿਪੋਰਟ ਦੇ ਉਸ ਤੋਂ ਬਾਅਦ ਚਰਚਾ ਦੇ ਵਿੱਚ ਆਈ ਹੈ ਤਾਂ ਇਹ ਵੀ ਅਦਾਲਤ ਵੱਲੋਂ ਇੱਕ ਜਿਹੜਾ ਕੀਤੀ ਗਈ ਹੈ, ਕਿਹਾ ਗਿਆ ਕਿ ਪੱਖਪਾਤ ਹੈ ਜਾਂ ਇੱਕ ਪਾਸੜ ਜਿਹੜੀ ਇਹ ਕੀਤੀ ਗਈ ਹੈ ਕਾਰਵਾਈ, ਕੋਈ ਮਨਸ਼ਾ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਰਿਪੋਰਟ ਵਗੈਰਾ ਬਣਾਈ ਗਿਆ। ਇਹਦੇ ਨਾਲ ਚਾਹੇ ਤੁਹਾਡੀ ਜਿਹੜੀ ਸਾਖ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਬਲ ਮਿਲਿਆ ਜਾਂ ਜਿਵੇਂ ਵੀ ਹੈ, ਪਰ ਲੋਕ ਫਿਰ ਉਹੀ ਇਹ ਵੀ ਇਹੀ ਚੀਜ਼ਾਂ ਗਲੋਰੀਫਾਈ ਕੀਤੀਆਂ ਜਾ ਰਹੀਆਂ ਨੇ ਕਿ ਪਤਾ ਨਹੀਂ ਕਿ ਕੋਈ ਦਬਾਅ ਪਾਇਆ ਗਿਆ ਜਾਂ ਇਦਾਂ ਦੀਆਂ ਚੀਜ਼ਾਂ। ਬੇਅਦਬੀ ਦੀ ਅੱਜ ਸਿੱਟ ਜਿਹੜੀ ਹੈਗੀ ਹੈ ਉਹ IG ਪਰਮਵੀਰ ਸਿੰਘ ਪਰਮਾਰ ਨੇ ਸ਼ਾਇਦ ਉਹ ਕਰ ਰਹੇ ਆ। ਇਦੋਂ ਪਹਿਲਾਂ ਰਣਬੀਰ ਸਿੰਘ ਖੱਟੜਾ ਕਰ ਰਹੇ ਸੀ ਜਿਹੜੇ ਮਾਨਯੋਗ ਹਾਈ ਕੋਰਟ ਨੇ ਹਟਾਤੇ ਤੇ ਹੁਣ ਤਾਂ ਸ਼ਾਇਦ ਉਹ ਰਿਟਾਇਰ ਵੀ ਹੋ ਚੁੱਕੇ। ਉਦੋਂ ਪਹਿਲਾਂ ਉਹ CBI ਕੋਲੇ ਚੱਲਦੀ ਸੀ। ਇਸ ਕਰਕੇ ਬੇਅਦਬੀ ਦੇ ਲਈ ਇਹ ਕਦੇ ਨੇੜੇ ਤੇੜੇ ਨਹੀਂ ਗਿਆ ਤੇ ਇਹ ਕੱਲੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਇਹ ਆਇਆ। ਇੱਕ ਗੱਲ ਤੁਸੀਂ ਕਹੀ ਸੀ ਕਿ ਚਰਨਜੀਤ ਸ਼ਰਮਾ ਨੇ ਤਾਂ ਪੁਲਿਸ ਕਸਟਡੀ 'ਚ ਮੰਨਿਆ ਕਿ ਅਸੀਂ ਆਪ ਹੀ ਜਿਹੜੀਆਂ ਹੈਗੀਆਂ ਗੱਡੀਆਂ ਭੰਨੀਆਂ। ਉਹ ਭਾਈ ਜਦੋਂ ਪੁਲਿਸ ਦੇ ਕੋਲੇ ਹੋਵੇ ਨਾ ਬੰਦਾ, ਉਹ ਤੁਸੀਂ ਵੀ ਹੋਵੇਂ ਤੇ ਭਾਵੇਂ ਮੈਂ ਵੀ ਹੋਵੇਂ, ਹੁਣ ਤਾਂ ਮੈਂ ਬੋਲੀ ਜਾਂਦਾ, ਤੇ ਜੇ ਪੁਲਿਸ ਦੇ ਕੋਲੇ ਹੋਵੇਂ ਤਾਂ ਉਹ ਤਾਂ ਇਕੱਲੇ ਦਸਤਖਤ ਹੀ ਕਰਾਉਂਦੇ ਹੁੰਦੇ ਕਾਗਜ਼ਾਂ ਤੇ, ਲਿਖਦੇ ਤਾਂ ਜਿਹੜੇ ਨਾਲ ਦੇ ਰੀਡਰ ਹੁੰਦੇ ਉਹ ਹੁੰਦੇ ਆ। ਇਸ ਕਰਕੇ ਉਹਨਾਂ ਗੱਲਾਂ ਨੂੰ ਉਹ ਗੱਲਾਂ ਵਿੱਚ ਪਾ ਕੇ ਹੀ ਚਲਾਨ ਪੇਸ਼ ਕੀਤਾ ਸੀ ਨਾ, ਤੇ ਉਹੀ ਮਾਨਯੋਗ ਹਾਈ ਕੋਰਟ ਨੇ ਰੱਦ ਕੀਤਾ। ਫਿਰ ਇਹ ਜੇ ਐਡੇ ਕੰਮ ਦੇ ਕਾਗਜ਼ ਹੁੰਦੇ, ਐਡੀ ਸਬੂਤਾਂ ਦੇ ਸਹਿਤ ਗੱਲ ਹੁੰਦੀ ਤਾਂ ਫਿਰ ਇਹ ਰੱਦ ਕਿਉਂ ਹੁੰਦਾ? ਇਸ ਕਰਕੇ ਗੋਲੀ ਕਾਂਡ 4.25 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲੇ ਆ, ਜਿਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੇ ਸੀਗਾ। ਦੋਨਾਂ ਨੇ ਰਲ ਕੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਗਲ ਦੇ ਵਿੱਚ ਫਾਹਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਜਿਹੜਾ ਕਿ ਪਰਮਾਤਮਾ ਦੇ ਘਰੇ ਜਿਹੜੀ ਹੈਗੀ ਆ ਸੱਚਾਈ ਦੀ ਆਵਾਜ਼ ਹੈਗੀ ਹੈ। ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਰਾਹੀਂ ਐਸਾ ਤਮਾਚਾ ਮਾਰਿਆ ਜਿਹੜਾ ਇਹ ਅਪਰਾਈਟ ਅਫਸਰ ਹੈ ਉਹਨੂੰ ਵੀ ਪਤਾ ਲੱਗ ਗਿਆ ਕਿ 4.25 ਸਾਲਾਂ 'ਚ ਮੈਂ ਕੀ ਕੀਤਾ, ਤੇ ਕੈਪਟਨ ਅਮਰਿੰਦਰ ਸਿੰਘ ਵੀ ਜਿਹੜਾ ਇਹਦੇ ਤੇ ਸਿਆਸਤ ਕਰ ਰਿਹਾ ਸੀ ਉਹਨੂੰ ਵੀ ਪਤਾ ਲੱਗ ਗਿਆ। ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਵਾਕਈ ਧਾਰਮਿਕ ਜਦੋਂ ਮੁੱਦੇ ਸਾਡੇ ਦਿਮਾਗ ਤੇ ਭਾਰੂ ਹੋ ਜਾਂਦੇ ਫਿਰ ਕੰਮਾਂ ਦੀ ਗੱਲ ਨਹੀਂ ਰਹਿੰਦੀ। ਇਹ ਰਵਨੀਤ ਬਿੱਟੂ ਨੇ ਕਿਹਾ, ਪਰ ਮੈਂ ਵੀ ਇਸ ਗੱਲ ਨੂੰ ਮੰਨਦਾ, ਪਰ ਉਹ ਤਾਂ ਸਾਡੇ ਖਿਲਾਫ ਆਹ ਮੁੱਦਿਆਂ ਨੂੰ ਵਰਤੋਂ ਨੂੰ ਫਿਰਦੇ ਆ। ਪਰ ਅਸੀਂ ਐਤਕੀ ਪਹਿਲਾਂ ਹੀ ਕਮਰ ਕੱਸ ਲਿਆ। ਅਸੀਂ ਉਲਟਾ ਅਸੀਂ ਹਿਸਾਬ ਮੰਗਾਂਗੇ ਇਹਨਾਂ ਤੋਂ ਬੇਅਦਬੀ ਦਾ। 127 ਕਿ 124 ਇਹਨਾਂ ਦੇ ਸਰਕਾਰ 'ਚ ਬੇਅਦਬੀਆਂ ਹੋ ਗਈਆਂ। ਕੀ ਉਹ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਘੱਟ ਮਾਨਤਾ ਵਾਲੇ ਨੇ? ਕੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਤੁਸੀਂ 677 ਬੀੜਾਂ ਸਾੜੀਆਂ, ਮਹਾਰਾਜ ਦੀ ਤਾਬਿਆਂ 'ਚ ਬੈਠਾ ਗ੍ਰੰਥੀ ਸਿੰਘ ਸ਼ਹੀਦ ਹੋ ਗਿਆ, ਇਹ ਤੁਹਾਡੀ ਸਰਕਾਰ ਦੇ ਲਿਖਤੀ ਆਰਡਰ ਸੀ? ਕੀ ਉਹ ਬੇਅਦਬੀਆਂ ਨਹੀਂ ਸੀ? ਮੈਂ ਉਹੀ ਗੱਲ ਕਹਾਂ, ਅਕਾਲ ਤਖਤ ਸਾਹਿਬ ਨੂੰ ਢਾਉਣ ਵਾਲੇ ਬੇਅਦਬੀ ਦੀਆਂ ਗੱਲਾਂ ਕਰਦੇ ਆ ਤੇ ਨਸ਼ਾ ਖਾਣ ਵਾਲੇ ਜਿਹੜੇ ਆ ਉਹ ਨਸ਼ੇ ਦੀਆਂ ਗੱਲਾਂ ਕਰਨ ਵਾਲੇ ਆ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਬੇਨਤੀ ਕਰੂੰਗਾ, ਕਿਰਪਾ ਕਰਕੇ ਧਾਰਮਿਕ ਤੌਰ ਤੇ ਵੀ ਸਾਨੂੰ ਪਰਪੱਕ ਹੋਣ ਦੀ ਲੋੜ ਆ ਔਰ ਹਿਸਾਬ ਮੰਗਣ ਦੀ ਲੋੜ ਆ ਸਰਕਾਰ ਤੋਂ। ਪਰ ਘੱਟੋ ਘੱਟ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ, ਹੁਣ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਕੇ ਜਿਹੜੀ ਗੱਲ ਤੋਂ ਮੁੱਕਰ ਰਹੇ ਆ, ਕੀ ਉਹ ਬੇਅਦਬੀ ਨਹੀਂ? ਉਹ ਛੋਟੀ ਬੇਅਦਬੀ ਹੈ। ਇਹ ਤਾਂ ਪਤਾ ਹੀ ਨਹੀਂ ਕੌਣ ਕਰ ਗਿਆ ਇਹਦਾ। ਮੈਂ ਇੱਕ ਗਗਨ ਜੀ ਹੋਰ ਤੁਹਾਨੂੰ ਬੇਅਦਬੀ ਦੀ ਗੱਲ ਦੱਸ ਦਿਆਂ। ਬੇਅਦਬੀ ਦਾ ਕੋਈ ਸਬੂਤ ਹੀ ਨਹੀਂਗਾ। ਇੱਕ ਸਬੂਤ ਹੈ, ਜੇ ਉਹ ਸਬੂਤ ਨਾ ਹੁੰਦਾ ਤੇ ਸਰਕਾਰ ਅੱਜ ਨੂੰ ਜਿਹਦੇ ਨਾਲ ਮਰਜ਼ੀ ਮੜ ਦਿੰਦੀ। ਸ਼ਾਇਦ ਤੁਹਾਨੂੰ ਵੀ ਇਹ ਜਾਣਕਾਰੀ ਨਾ ਹੋਵੇ, ਪੰਜਾਬ ਦੇ ਲੋਕਾਂ ਨੂੰ ਵੀ ਜਾਣਕਾਰੀ ਨਾ ਹੋਵੇ। ਇੱਕ ਸਬੂਤ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲੱਗਿਆ ਸੀ ਕਿ ਤੁਹਾਡਾ ਗੁਰੂ ਚੋਰੀ ਕਰ ਲਿਆ, ਜੇ ਤਾਕਤ ਹੈਗੀ ਚੱਕ ਲਓ, ਫਲਾਨਾ ਧਿਉਂਕਾ ਕਰ ਲਓ, ਜੋ ਮਰਜ਼ੀ ਹੈ। ਹਾਂ, ਜਦੋਂ ਉਹ ਲੱਗਿਆ ਸੀ ਉਹ ਪੋਸਟਰ ਪੁਲਿਸ ਦੀ ਫਾਈਲਸ ਹੈ। ਜਿੰਨਾ ਚਿਰ ਉਹ ਲਿਖਾਈ ਨਹੀਂ ਮਿਲਦੀ
ਜਿੰਨਾ ਚਿਰ ਉਹ ਲਿਖਣ ਵਾਲਾ ਬੰਦਾ ਨਹੀਂ ਮਿਲਦਾ ਉਹਨਾਂ ਚਿਰ ਦੋਸ਼ੀਆਂ ਤੱਕ ਪਹੁੰਚਿਆ ਨਹੀਂ ਜਾ ਸਕਦਾ, ਵਰਨਾ ਤਾਂ ਕਿਸੇ ਦੇ ਸਿਰ ਮੜ ਕੇ ਹੁਣ ਨੂੰ ਕੰਮ ਨਿਬੇੜ ਦਿੰਦੇ। ਇਸ ਕਰਕੇ ਉਹ ਬੜਾ ਵੱਡਾ ਸਬੂਤ ਆ। ਔਰ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ, ਸਾਨੂੰ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੈ। ਹਲੇ ਪਤਾ ਨਹੀਂ ਕਿਹਦਾ ਸਬਰ ਜਿਹੜਾ ਪਰਮਾਤਮਾ ਪਰਖ ਰਿਹਾ। ਜ਼ਰੂਰ ਦੋਖੀ ਜਿਹੜੇ ਆ ਬਖਸ਼ੇ ਨਹੀਂ ਜਾਣਗੇ, ਦੋਖੀ ਤੁਹਾਡੇ ਸਾਹਮਣੇ ਹੀ ਆਉਣਗੇ, ਕੋਈ ਰਹਿੰਦਾ ਨਹੀਂ ਬਾਹਰ ਨੰਗਾ ਹੋਏ ਤੋਂ ਬਿਨਾਂ। ਬੇਨਤੀ ਹੈ ਬਿਲਕੁਲ। ਸੋ ਚਰਨਜੀਤ ਸਿੰਘ ਬਰਾੜ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਬੇਬਾਕੀ ਦੇ ਨਾਲ, ਤੇ ਬਹੁਤ ਇਸ ਤਰ੍ਹਾਂ ਦੇ ਪੱਖ ਵੀ ਉਹਨਾਂ ਨੇ ਅੱਜ ਸਾਹਮਣੇ ਲੈ ਕੇ ਆਉਂਦੇ ਨੇ। ਜੇਕਰ ਮੈਨੂੰ ਲੱਗਦਾ ਕਿ ਸ਼ਾਇਦ ਬਹੁਤੇ ਕਰਕੇ ਲੋਕਾਂ ਨੂੰ ਨਹੀਂ ਪਤਾ ਹੋਣੇ, ਚਾਹੇ ਉਹ ਬੇਅਦਬੀ ਨਾਲ ਜੁੜੇ ਪੱਖ ਸੀ ਜਾਂ ਬਾਈਬਲ ਕਲਾਂ ਗੋਲੀकांड ਦਾ ਮੁੱਦਾ ਸੀ ਜਾਂ ਹੋਰ ਵੀ ਜਿਹੜੀਆਂ ਤਮਾਮ ਤਰ੍ਹਾਂ ਦੀਆਂ ਜਿਹੜੇ ਪੱਖ ਨੇ, ਜਿਹੜੀਆਂ ਰਿਪੋਰਟਾਂ ਹੋਈਆਂ ਨੇ। ਸੋ ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਜਿਹੜੀ ਪੇਸ਼ਕਸ਼ ਹੈ ਜ਼ਰੂਰ ਪਸੰਦ ਆਈ ਹੋਵੇਗੀ। ਔਰ ਗਗਨ ਬੇਦੀ ਦੇ ਨਾਲ ਧੰਨਵਾਦ।